ਵਿਛੁੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦੇ ਰੜਾਏਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਜਿਨਾ ਧੁਰੇ ਪਿਆ ਸੰਜੋਗ। ਜਿਨ੍ਹਾਂ ਦਾ ਸੰਜੋਗ ਬਣਦਾ ਹੈ ਉਹਨਾਂ ਨੂੰ ਸਤਿਗੁਰੂ ਜੀ ਮਿਲਾਉਂਦੇ ਹਨ। ਤੇ ਸੰਜੋਗ ਬਣਾਉਣ ਵਾਸਤੇ ਸਾਨੂੰ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਚਰਨਾਂ 'ਚ ਹਵਾਲੇ ਕਰਨਾ ਪੈਂਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਹਵਾਲੇ ਕਰਾਂਗੇ ਤੇ ਸਭ ਤੋਂ ਪਹਿਲਾ ਕਾਰਜ ਕਰਨਾ ਪਏਗਾ ਆਪਣੀ ਮੱਤ ਦਾ ਤਿਆਗ, ਆਪਣੀ ਸਮਝ ਨੂੰ ਛੱਡਣਾ। ਅੱਜ ਮਨੁੱਖ ਬੇਸਮਝੀ ਕਰਕੇ ਇੰਨਾ ਪਰੇਸ਼ਾਨ ਨਹੀਂ ਹੈ ਜਿੰਨਾ ਸਮਝ ਕਰਕੇ ਪਰੇਸ਼ਾਨ ਹੈ। ਅੱਜ ਦੇ ਬਜ਼ੁਰਗ ਜੇ ਪਰੇਸ਼ਾਨ ਨੇ ਤਾਂ ਉਹਦਾ ਕਿਤੇ ਨਾ ਕਿਤੇ ਕਾਰਨ ਇਹ ਵੀ ਹੈ ਵੀ ਉਹ ਪੁਰਾਣੇ ਬਜ਼ੁਰਗਾਂ ਨਾਲੋਂ ਸਿਆਣੇ ਜ਼ਿਆਦਾ ਹੋ ਗਏ। ਕਈਆਂ ਨੂੰ ਗੱਲ ਬੜੀ ਅਜੀਬ ਜਿਹੀ ਲੱਗੇਗੀ ਵੀ ਸਿਆਣਾ ਹੋਣਾ ਗੁਨਾਹ ਥੋੜ੍ਹੀ ਹੁੰਦਾ ਆ, ਪਰ ਬਾਬੇ ਦੀ ਬਾਣੀ ਕਹਿੰਦੀ ਹੈ ਵੀ ਤੈਨੂੰ ਤੇਰੀਆਂ ਸਿਆਣਫਾਂ ਨੇ, ਤੈਨੂੰ ਤੇਰੀਆਂ ਚਲਾਕੀਆਂ ਨੇ ਵੀ ਕਈ ਵਾਰ ਮੁਸ਼ਕਿਲ ਵਿੱਚ ਪਾਉਣਾ ਹੈ। ਇਸ ਕਰਕੇ ਸਿਆਣਫ ਉਨੀ ਕੀ ਲਿਆਈਏ ਜਿੰਨੀ ਸਿਆਣਫ ਤੈਨੂੰ ਠੀਕ ਕਰੇ। ਆਪਣੀ ਸਿਆਣਫ ਨਾਲ ਆਪਣੇ ਆਪ ਨੂੰ ਖੋਜਣ ਦਾ ਯਤਨ ਕਰ। ਸਾਡੇ ਗੁਰੂ ਸਾਹਿਬਾਨ ਦੀ ਬਾਣੀ ਦੇ ਇਹ ਫੈਸਲੇ ਸਾਨੂੰ ਬੜੇ ਧਿਆਨ ਨਾਲ ਸਮਝਣੇ ਚਾਹੀਦੇ ਹਨ। ਸੌਖੇ ਹੋਵਾਂਗੇ ਇਹਦੇ ਨਾਲ ਬਹੁਤ ਜ਼ਿਆਦਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿਤੇ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਗੁਰੂ ਚਰਨਾਂ 'ਚ ਸਮਰਪਿਤ ਕਰ ਸਕੀਏ। ਧੰਨ ਵਾਹਿਗੁਰੂ ਸਾਹਿਬ ਜੀ। ਜਿਹ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਾਹਮਣ ਬਿਸਰ ਕਰੈ। ਉਹਨੂੰ ਕਿਉਂ ਭੁੱਲਦਾ ਆ? ਗੱਲ ਬ੍ਰਾਹਮਣ ਦੀ ਨਹੀਂ ਚੱਲ ਰਹੀ, ਚੇਤੇ ਰੱਖਿਓ, ਆਪਣੀ ਚੱਲ ਰਹੀ ਹੈ। ਕਿਸੇ ਇੱਕ ਫਿਰਕੇ ਨੂੰ ਸੰਬੋਧਨ ਕਰਕੇ ਬਾਣੀ ਨਹੀਂ ਲਿਖੀ ਗਈ। ਇਹ ਠੀਕ ਹੈ, ਸਮੇਂ ਦੇ ਹਾਲਾਤ ਇਸ ਤਰ੍ਹਾਂ ਦੇ ਸਨ। ਉਸ ਵਕਤ ਦਾ ਧਾਰਮਿਕ ਆਗੂ ਬ੍ਰਾਹਮਣ ਸੀ, ਉਹਨੂੰ ਸ਼ਬਦ ਸੰਬੋਧਨ ਕੀਤੇ ਗਏ ਨੇ। ਪਰ ਅੱਜ ਦੇ ਸਮੇਂ ਵਿੱਚ ਬ੍ਰਾਹਮਣ ਇਕੱਲਾ ਨਹੀਂ, ਅੱਜ ਸਾਰੇ ਹੀ ਅਸੀਂ ਪ੍ਰਚਾਰਕ, ਰਾਗੀ, ਢਾਡੀ, ਬੋਲਣ ਵਾਲੇ, ਆਪ ਜੀ ਸਾਰੇ ਅਸੀਂ ਸਾਰੇ ਹੀ ਸ਼ਾਮਲ ਹੋਵਾਂਗੇ ਇਹਦੇ ਵਿੱਚ। ਜਿਹ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਾਹਮਣ ਬਿਸਰ ਕਰੇ। ਜਾਂ ਕੇ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਤ ਹਰ ਨਾ ਕਹੈ। ਕਾਹੇ ਮੇਰੇ ਬਾਹਮਣ ਹਰ ਨਾ ਕਹੈ। ਰਾਮ ਨ ਬੋਲੇ ਪਾਂਡੇ ਦੋਜਕ ਭਰੈ। ਰਾਮ ਨਾ ਕਹਿਣ ਵਾਲਾ ਪੰਡਤ ਜੀ ਦੋਜਕ ਵਿੱਚ ਜਾਏਗਾ। ਕਾਹੇ ਮੇਰੇ ਬਾਹਮਣ ਹਰ ਨਾ ਕਹੈ। ਰਾਮ ਨ ਬੋਲੇ ਪਾਂਡੇ ਦੋਜਕ ਭਰੈ। ਰਹਾਉ ਆਪਨ ਊਚ ਨੀਚ ਘਰ ਭੋਜਨ ਹਠੇ ਕਰਮ ਕਰ ਉਦਰ ਭਰੇ।
ਵਖਤ ਦੇ ਪੁਜਾਰੀ ਨੂੰ ਸਤਿਗੁਰੂ ਜੀ ਕਹਿੰਦੇ ਬੜਾ ਚਲਾਕ ਹੈ ਤੂੰ, ਆਪਣੇ ਢਿੱਡ ਭਰਨ ਦਾ ਤਰੀਕਾ ਕਿੰਨਾ ਸੋਹਣਾ ਬਣਾਇਆ ਹੋਇਆ ਤੂੰ, ਕਿੰਨੇ ਭੁਲੇਖੇ ਪਾਏ ਨੇ ਆਪਣਾ ਢਿੱਡ ਭਰਨ ਲਈ। ਮਸਲਾ ਤੇਰੇ ਢਿੱਡ ਦਾ ਆ, ਮਸਲਾ ਤੇਰੀ ਰੋਟੀ ਦਾ ਆ। ਸਿੱਧਾ ਰੋਟੀ ਨਹੀਂ ਮੰਗਦਾ, ਬਹਾਨੇ ਬਣਾਉਣਾ ਆ। ਜਿਵੇਂ ਅੱਜ ਵੀ ਨਹੀਂ ਸਾਡੇ ਬਹੁਤ ਸਾਰੇ ਵੀਰ ਭਰਾ, ਮੈਂ ਪਿਛਲੇ ਦਿਨ ਵੀ ਇੱਕ ਜ਼ਿਕਰ ਕੀਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਸ਼ਤਾ ਵੀ ਕਰਵਾਉਂਦੇ ਨੇ, ਸਵੇਰੇ ਬ੍ਰੇਕਫਾਸਟ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ। ਇਹ ਸਿਆਣਪ ਨਹੀਂ, ਤੇ ਇਹ ਸਿਆਣਪ ਨੇ ਮਾਰਨਾ ਹੀ ਆ ਸਾਨੂੰ। ਪਿੱਛੇ ਜੇ ਇੱਕ ਬੰਦੇ ਆਪਣੇ ਆਪ ਨੂੰ ਕਹਿੰਦੇ ਅਸੀਂ ਗੁਰੂ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੇ ਹਾਂ, ਉਹ ਕਹਿੰਦੇ ਇਸ਼ਨਾਨ ਵੀ ਕਰਾਉਣਾ ਗੁਰੂ ਸਾਹਿਬ ਦਾ, ਅਸੀਂ ਸਾਰਾ ਕੁਛ ਹੀ ਕਰਾਉਣਾ। ਅਸੀਂ ਵੀ ਫਸਾਂਗੇ ਨਾ ਉਸ ਸਮੱਸਿਆ ਵਿੱਚ। ਤੇ ਉਹਨਾਂ ਤਿਆਰੀ ਵੀ ਕਰ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਉੱਦਾਂ ਨਹੀਂ ਤਾਂ ਲਿਫਾਫੇ ਵਿੱਚ ਵਲੇਟ ਕੇ ਹੀ ਕਰਾ ਦਿਓ ਇਸ਼ਨਾਨ। ਫਿਰ ਗੁਰੂ ਸਾਹਿਬ ਦੇ ਇਸ਼ਨਾਨ ਤਾਂ ਨਹੀਂ ਹੋਣੇ ਇੱਦਾਂ। ਪਰ ਕਵੇ ਕਿਹੜਾ, ਸਾਨੂੰ ਸਮਝਾਵੇ ਕਿਹੜਾ? ਸਾਰੇ ਜਦੋਂ ਉਸ ਰਾਹ ਤੇ ਤੁਰੇ ਹੋਣ ਫਿਰ ਸਮਝਾਉਣਾ ਬਹੁਤ ਔਖਾ ਹੁੰਦਾ। ਸਤਿਗੁਰੂ ਜੀ ਕਹਿੰਦੇ ਭਾਈ ਤੇਰੇ ਆਪਣੀਆਂ ਚਲਾਕੀਆਂ ਆ, ਤੂੰ ਆਪਣੇ ਆਪ ਲਈ ਕੰਮ ਕਰਦਾ ਆ ਸਾਰੇ, ਇਹ ਰੱਬ ਦੇ ਕਰਮ ਨਹੀਂ ਹਨ। ਤੂੰ ਨਾਂ ਰੱਬ ਦਾ ਤਾਂ ਲੈਣਾ ਆ ਕਿਉਂਕਿ ਤੇਰੀਆਂ ਗੱਲਾਂ ਨੂੰ ਅਗਲਿਆਂ ਨੇ ਜਵਾਬ ਦੇ ਜਾਣਾ। ਇਸ ਕਰਕੇ ਆਮ ਨਹੀਂ ਸਾਡੇ ਹੁੰਦਾ, ਪ੍ਰਾਹੁਣਿਆਂ ਦਾ ਪੱਜ ਤੇ ਘਰਦਿਆਂ ਦਾ ਰੱਜ ਆਮ ਨਹੀਂ ਹੁੰਦੀ ਸਾਡੀ ਚੀਜ਼। ਕੋਈ ਰਿਸ਼ਤੇਦਾਰ ਦਾ ਨਾਂ ਲੈ ਕੇ ਵੀ ਉਹਨਾਂ ਨੇ ਆਉਣਾ ਆ। ਹੁਣ ਤਾਂ ਘਟ ਗਿਆ, ਥੋੜ੍ਹਾ ਜਿਹਾ ਫਰਕ ਪੈ ਗਿਆ। ਵੈਸੇ ਵੀ ਰਿਸ਼ਤੇਦਾਰੀ ਦਾ ਤਾਂ ਚਾਅ ਹੀ ਖਤਮ ਹੋ ਗਿਆ ਹੁਣ। ਉਹ ਵੇਲੇ ਹੋਰ ਹੁੰਦੇ ਸਨ ਜਦੋਂ ਚਾਅ ਹੁੰਦਾ ਸੀ। ਮੈਂ ਬੜੀ ਵਾਰ ਗੱਲ ਕਰਦਾ ਹੁੰਦਾ, ਜਦੋਂ ਪੁਰਾਣੇ ਸਮੇਂ ਸੀ ਤੇ ਰਿਸ਼ਤੇਦਾਰ ਆਉਣਾ ਤਾਂ ਬੱਚੇ ਰਿਸ਼ਤੇਦਾਰ ਨਾ ਜਾਣ ਦੇ ਬਹਾਨੇ ਬਣਾਉਂਦੇ ਹੁੰਦੇ ਸਨ ਵੀ ਇਹ ਜਾਵੇ ਨਾ। ਹੁਣ ਵਾਲੇ ਬੱਚੇ ਤੇ ਜਾਣ ਦੇ ਬਹਾਨੇ ਬਣਾਉਂਦੇ ਆ ਵੀ ਇਹ ਜਾਊ ਕਿੱਦਾਂ। ਉਹ ਉਸ ਤਰ੍ਹਾਂ ਦੀ ਉਹ ਪੁੱਛ ਹੀ ਲੈਂਦੇ ਕਈ ਵਾਰ ਵੀ ਕਦੋਂ ਕੁ ਜਾਣਾ ਅੰਕਲ ਜੀ ਹੋਣਾ ਨੇ। ਫਿਰ ਸਮਾਂ ਚੇਂਜ ਹੋਇਆ ਸਾਰਾ ਕੁਝ। ਅਸੀਂ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਸੀ ਉਹ ਸਾਡੇ ਚੋਂ ਖਤਮ ਹੋਈਆਂ ਆ। ਖੈਰ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਧਿਆਨ ਵਿੱਚ ਰੱਖੋ। ਆਪਨ ਊਚ ਨੀਚ ਕਰ ਭੋਜਨ, ਹਠੇ ਕਰਮ ਕਰ ਉਦਰ ਭਰੈ। ਢਿੱਡ ਆਪਣਾ ਭਰਦਾ ਆ। ਅੱਗੇ ਸੁਣਿਓ, 14 ਅਮਾਵਸ ਰਚ ਰਚ ਮੰਗੈ। ਅੱਜ 14 ਆ, ਅੱਜ ਮੱਸਿਆ ਆ, ਅੱਜ ਆ। ਕਿਹਨੇ ਬਣਾਏ, ਕਾਹਦੇ ਲਈ ਬਣਾਏ ਸੀ? ਆ ਸੁਣਿਓ, 14 ਅਮਾਵਸ ਰਚ ਰਚ ਮੰਗੈ। ਕਰ ਦੀਪਕ ਲੈ ਕੂਪ ਪਰੇ। ਇਹ ਤਾਂ ਏਦਾਂ ਆ ਜਿਵੇਂ ਹੱਥ 'ਚ ਦੀਵਾ ਫੜ ਕੇ ਕੋਈ ਖੂਹ ਵਿੱਚ ਡਿੱਗ ਰਿਹਾ ਹੋਵੇ। ਤੂੰ ਬ੍ਰਾਹਮਣ ਮੈਂ ਕਾਸ਼ੀਕ ਜੁਲਹਾ। ਤੇ ਤੂੰ ਸਰਟੀਫਿਕੇਟ ਆਪਣੇ ਆਪ ਲਈ ਬਣਾ ਲਿਆ ਬ੍ਰਾਹਮਣ ਦਾ, ਮੈਨੂੰ ਦੇ ਦਿੱਤਾ ਜੁਲਾਏ ਦਾ। ਤੇ ਜਦੋਂ ਮੈਂ ਹੁਣ ਗੱਲ ਕਰਦਾ ਤੂੰ ਕਹਿੰਦਾ ਇਹਨੂੰ ਜੁਲਾਏ ਨੂੰ ਕੀ ਪਤਾ ਆ, ਇਹ ਖੱਡੀਆਂ ਬੁਣਨ ਵਾਲਾ ਦੱਸੂ ਧਰਮ ਕੀ ਹੁੰਦਾ ਆ। ਤਾਂ ਸ਼ੁਕਰ ਹੈ ਬਾਬੇ ਕਬੀਰ ਜੀ ਦਾ ਵੇਲਾ ਸੀ, ਅੱਜ ਵਾਲੇ ਹੁੰਦੇ ਲਾਗੇ ਲੱਗਣ ਦੇਣਾ ਸੀ ਕਿਤੇ ਇਹਨਾਂ ਨੇ। ਕਰਕੇ ਵੇਖ ਲਓ ਗੱਲ, ਤੁਸੀਂ ਕਰਕੇ ਵੇਖ ਲਿਓ। ਕੈਨੇਡਾ ਦੀ ਧਰਤੀ ਤੇ ਬੱਚੀਆਂ ਪੰਜਾਂ ਪਿਆਰਿਆਂ 'ਚ ਸ਼ਾਮਲ ਹੋ ਗਈਆਂ। ਤੁਹਾਡੇ ਧਰਮ ਦੇ ਚੌਧਰੀਆਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਕੀਤੀਆਂ, ਕਹਿੰਦੇ ਬੱਚੀਆਂ ਨਹੀਂ ਸ਼ਾਮਲ ਹੋ ਸਕਦੀਆਂ ਪੰਜ ਪਿਆਰਿਆਂ 'ਚ। 21ਵੀਂ ਸਦੀ 'ਚ ਕੈਨੇਡਾ ਦੀ ਧਰਤੀ ਤੇ ਇਹ ਸਾਡੇ ਧਰਮ ਦੀ ਫਿਲਾਸਫੀ ਹੈ। 21ਵੀਂ ਸਦੀ 'ਚ ਇਹਨਾਂ ਮੁਲਕਾਂ 'ਚ ਆ ਕੇ ਅਜੇ ਨਹੀਂ ਸਮਝ ਲੱਗੀ ਸਾਨੂੰ, ਕਿਉਂਕਿ ਬਾਣੀ ਵਾਲੇ ਪੱਖ ਤੋਂ ਅਸੀਂ ਕਦੀ ਵੀ ਸੁਚੇਤ ਹੁੰਦੇ ਹੀ ਨਹੀਂ ਆ। ਜਿਵੇਂ ਚੱਲਦਾ ਉਵੇਂ ਹੀ ਚੱਲਣ ਦਿੰਦੇ ਆ। ਤੂੰ ਬ੍ਰਾਹਮਣ ਮੈਂ ਕਾਸ਼ੀਕ ਜੁਲਹਾ, ਮੋਹਿ ਤੋਹਿ ਬਰਾਬਰੀ ਕੈਸੇ ਕਹਿ ਬਾਨੇ। ਮੇਰੇ ਬਾਰੇ ਤੂੰ ਪਹਿਲਾਂ ਹੀ ਐਲਾਨ ਕਰ ਦੇਣਾ ਵੀ ਇਹ ਕਿਵੇਂ ਗੱਲ ਕਰ ਲੂ। ਹਮਰੇ ਰਾਮ ਨਾਮ ਕਹਿ ਉਬਰੇ, ਵੇਦ ਭਰੋਸੇ ਪਾਂਡੇ ਡੂਬ ਮਰੈ। ਪਰ ਚੇਤਾ ਰੱਖੀ, ਮੈਂ ਤਾਂ ਰੱਬ ਦਾ ਨਾਂ ਲੈ ਕੇ ਤਰ ਗਿਆ, ਤੂੰ ਇਹਨਾਂ ਦੇ ਆਸਰੇ ਡੁੱਬਣਾ ਆ। ਡੁੱਬੇਗਾ ਤੂੰ, ਤੇ ਆਪ ਹੀ ਨਹੀਂ ਡੁੱਬੇਗਾ। ਕਬੀਰ ਬਾਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਅਰਜ ਉਰਜ ਕੈ ਪਚ ਮੂਆ, ਚਾਰੋਂ ਬੇਦੋਂ ਮਾਹੇ।
ਸਤਿਗੁਰੂ ਜੀ ਕਿਰਪਾ ਕਰਨ ਕਿਤੇ ਸਾਨੂੰ ਇਹ ਗੱਲ ਸਮਝ ਵਿੱਚ ਆਵੇ, ਅਸੀਂ ਜਾਣ ਸਕੀਏ। ਤੂੰ ਬ੍ਰਾਹਮਣ ਮੈਂ ਕਾਸ਼ੀਕ ਜੁਲਹਾ, ਮੋਹ ਤੋਹਿ ਬਰਾਬਰੀ ਕੈਸੇ ਕਹਿ ਬਨੈ। ਹਮਰੇ RAM ਨਾਮ ਕਹਿ ਉਬਰੇ, ਵੇਦ ਭਰੋਸੇ ਪਾਂਡੇ ਡੂਬ ਮਰੈ। ਕਰੋ ਕਿਰਪਾ ਸਾਰੇ ਸਾਥ ਦਿਓ। ਹਮਰੇ RAM ਨਾਮ ਕਹਿ ਉਬਰੇ, ਵੇਦ ਭਰੋਸੇ ਪਾਂਡੇ ਡੂਬ ਮਰੈ। ਦੀਨ ਦੁਨੀ ਦੇ ਮਾਲਕ ਹਲਤ ਪਲਤ ਸਵਾਰ ਦੇਣ ਹਰ ਸਤਿਗੁਰੂ ਤਿਨਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੁਸ਼ੋਭਿਤ ਹੋ ਰਹੇ ਅਤੀ ਸਤਿਕਾਰਯੋਗ ਸਤ ਸੰਗੀਓ, ਆਓ ਅਦਬ ਨਾਲ ਗੁਰੂ ਕੀਰਤਨ ਨਾਲ ਗੁਰੂ ਜਸ ਨਾਲ ਜੁੜ ਰਹੇ ਸੀ। ਚੰਦ ਘੜੀਆਂ ਪਾਵਨ ਵਿਚਾਰ ਨਾਲ ਜੁੜੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਚਰਨਾਂ 'ਚ ਤਨ ਮਨ ਕਰਕੇ ਹੋਈਏ ਹਾਜ਼ਰ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਅਧੀਨ ਸ਼ਬਦ ਬਾਬਾ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਮ ਕਲੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 970 ਅੰਕ ਉੱਪਰ ਦਰਜ ਹੈ। ਇਸ ਦੇ ਪਾਠ ਤੁਸੀਂ ਆਪ ਕਰ ਸਕਦੇ ਹੋ, ਇਸ ਦੇ ਦਰਸ਼ਨ ਕਰ ਸਕਦੇ ਹੋ। ਪੋਥੀਆਂ ਸੈਂਚੀਆਂ ਜਾਂ ਅਸੀਂ ਹੋਰ ਵੀ ਅੱਜ ਬਹੁਤ ਸਾਧਨ ਹਨ ਜਿਨ੍ਹਾਂ ਰਾਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਸਕਦੇ ਹਾਂ। ਸਤਿਗੁਰੂ ਜੀ ਰਹਾਉ ਵਾਲੇ ਬੰਦ ਅੰਦਰ ਜੋ ਭਗਤ ਜੀ ਦੀ ਰਸਨਾ ਦੇ ਬੋਲ ਹਨ, ਸੱਚੇ ਪਾਤਸ਼ਾਹ ਜੀ ਕਹਿੰਦੇ ਕਾਹੇ ਮੇਰੇ ਬਾਹਮਣ, ਕਿਉਂ ਭਾਈ ਰੱਬ ਦਾ ਨਾਮ ਨਹੀਂ ਲੈਂਦਾ, ਕਿਉਂ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ। ਹਰ ਨਾ ਕਹੈ। ਤੇ ਆਪਾਂ ਬੜੀ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਹਰ ਨਾ ਕਹਿਣ ਦਾ ਅਰਥ ਇਹ ਨਹੀਂ ਹੈ ਵੀ ਮੈਂ ਹਰੀ ਹਰੀ ਕਰਨ ਲੱਗ ਜਾ। ਇਹ ਤਰੀਕਾ ਨਹੀਂ ਹੈ ਗੁਰਮਤਿ ਦਾ। ਜੇ ਹਰੀ ਹਰੀ ਕਰਨਾ ਗੁਰਮਤਿ ਦਾ ਤਰੀਕਾ ਹੁੰਦਾ ਤੇ ਬਾਣੀ 'ਚ ਇਹ ਸ਼ਬਦ ਨਹੀਂ ਲਿਖੇ ਹੋਣੇ ਸੀ। ਹਰ ਹਰ ਕਰੈ ਨਿਤ ਕਪਟ ਕਮਾਵੇਂ, ਹਿਰਦਾ ਸ਼ੁੱਧ ਨਾ ਹੋਈ, ਅਨਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਕਿਉਂਕਿ ਰਸਨਾ ਤੋਂ ਹਰੀ ਕਹਿਣਾ, ਰਸਨਾ ਤੋਂ ਰੱਬ ਦਾ ਨਾਮ ਲੈਣਾ ਕੋਈ ਔਖਾ ਕੰਮ ਨਹੀਂ ਹੈ, ਬਹੁਤ ਸੌਖਾ ਆ। ਉਹ ਬੜੀ ਛੇਤੀ ਲੈ ਸਕਦੇ ਹਾਂ ਅਸੀਂ। ਗੱਲ ਇਹ ਹੈ ਵੀ ਤੇਰਾ ਸੁਭਾਅ, ਤੇਰੀਆਂ ਅੰਦਰ ਦੀ ਫੀਲਿੰਗ, ਤੇਰੀਆਂ ਆਦਤਾਂ, ਜਿਹਨੂੰ ਅੰਦਰੋਂ ਰੱਬ ਦਿਸਿਆ ਨਾ ਉਹਨੂੰ ਬਾਹਰੋਂ ਰੱਬ ਦਿਸਣਾ ਆ। ਜੇ ਅੰਦਰ ਸਮਝ ਨਹੀਂ ਲੱਗਾ ਤੇ ਬਾਹਰ ਰੱਬ ਵਿਖਾ ਨਹੀਂ ਸਕਦੇ ਤੁਸੀਂ ਕਿਸੇ ਨੂੰ, ਕੋਈ ਤਰੀਕਾ ਨਹੀਂ ਹੈ। ਤੇ ਅੰਦਰ ਵੇਖਣ ਦਾ ਅਰਥ ਹੈ ਆਪਣੇ ਆਪ ਨੂੰ ਵੇਖਣਾ। ਅੰਦਰ ਵੇਖਣ ਦਾ ਅਰਥ ਹੈ ਆਪਣੇ ਆਪ 'ਚ ਸ਼ਬਦ ਵੇਖਿਓ। ਕਿੱਡੇ ਪਿਆਰੇ ਸ਼ਬਦ ਬਾਣੀ 'ਚ ਆਉਂਦੇ ਨੇ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ, ਇਹ ਗੁਰ ਬਾਤ ਬਤਾਈ। ਇਹ ਗੁਰੂ ਦੀ ਗੱਲ ਸਾਨੂੰ ਸਮਝਾਉਂਦੀ ਹੈ ਵੀ ਬਾਹਰੋਂ ਤੇ ਅੰਦਰੋਂ ਪ੍ਰਮਾਤਮਾ ਨੂੰ ਇੱਕ ਜਾਣ। ਤੇ ਸਤਿਗੁਰੂ ਜੀ ਫਿਰ ਬਾਣੀ 'ਚ ਇਹ ਬੋਲ ਵੀ ਵਰਤਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਤੂੰ ਆਪਣੇ ਦੀ ਪਛਾਣ, ਆਪੇ ਦੀ ਪਛਾਣ ਨਹੀਂ ਕਰਦਾ, ਤੈਨੂੰ ਰੱਬ ਨਹੀਂ ਮਿਲੇਗਾ। ਹੁਣ ਕਬੀਰ ਜੀ ਵਖਤ ਦੇ ਇੱਕ ਪੁਜਾਰੀ ਨੂੰ, ਵਖਤ ਦੇ ਉਸ ਬ੍ਰਾਹਮਣ ਨੂੰ ਕਹਿੰਦੇ ਤੂੰ ਰੱਬ ਕਿਉਂ ਨਹੀਂ ਕਹਿੰਦਾ। ਕਾਹੇ ਮੇਰੇ ਬਾਹਮਣ ਹਰ ਨਾ ਕਹੇ। ਤੂੰ ਆਪਣੇ ਆਪ 'ਚ ਰੱਬ ਦੀਆਂ ਗੱਲਾਂ ਕਰਦਾ ਆ, ਪਰ ਪ੍ਰਮਾਤਮਾ ਦਾ ਸਹੀ ਸਰੂਪ ਕਿਉਂ ਨਹੀਂ ਬਿਆਨਦਾ, ਲੋਕਾਂ ਨੂੰ ਦੱਸਦਾ ਕਿਉਂ ਨਹੀਂ। ਤੇ ਉਹ ਕਹਿੰਦਾ ਸੀ ਮੈਂ ਤਾਂ ਨਹੀਂ ਸਹੀ ਸਰੂਪ ਪ੍ਰਮਾਤਮਾ ਦਾ ਦੱਸਦਾ ਵੀ ਜੇ ਸਾਰਿਆਂ ਨੂੰ ਹੀ ਪ੍ਰਮਾਤਮਾ ਦਾ ਰੂਪ ਦੱਸਦਾ ਜਾਂ ਪ੍ਰਮਾਤਮਾ ਦੀ ਗੱਲ ਸਮਝਾਤੀ ਫਿਰ ਮੇਰੀ ਅਹਿਮੀਅਤ ਕੀ ਰਹਿ ਜਾਏਗੀ, ਮੇਰੀ ਲੋੜ ਕੀ ਰਹਿ ਜਾਏਗੀ। ਅੱਜ ਅਸੀਂ ਵੀ ਇੱਥੇ ਹੀ ਖੜੇ ਹਾਂ। ਸਾਡੇ ਬੰਦੇ ਵੀ ਐਂ ਹੀ ਚਰਚਾ ਕਰਦੇ ਨੇ ਜੇ ਸਾਰਿਆਂ ਨੂੰ ਰੱਬ ਸਮਝ ਆ ਗਿਆ ਫਿਰ ਸਾਰੇ ਇੱਕੋ ਜਿਹੇ ਨਹੀਂ ਹੋ ਜਾਣਗੇ। ਹੋਣੇ ਨਹੀਂ ਚਾਹੀਦੇ ਇੱਕੋ ਜਿਹੇ। ਐਜੂਕੇਸ਼ਨ ਵਾਲਿਆਂ ਦਾ ਜ਼ੋਰ ਲੱਗਾ ਹੋਇਆ ਵੀ ਸਾਰਿਆਂ ਨੂੰ ਐਜੂਕੇਸ਼ਨ ਆਵੇ। ਜਿਹਨੇ ਮੈਨਰ ਸਿਖਾਉਣੇ ਆ, ਕੰਟਰੀਆਂ ਜਿਹੜੀਆਂ ਮੈਨਰ ਸਿਖਾਉਂਦੀਆਂ ਉਹ ਚਾਹੁੰਦੇ ਨਹੀਂ ਸਾਰਿਆਂ ਕੋਲ ਇੱਕੋ ਜਿਹੇ ਮੈਨਰ ਹੋਣੇ ਚਾਹੀਦੇ ਆ। ਪਰ ਜਿੱਥੇ ਧਰਮ ਦੀ ਗੱਲ ਆਏਗੀ ਉੱਥੇ ਕਹਿਣਗੇ ਨਾ ਜੀ ਇਹ ਤਾਂ ਕਿਸੇ ਕਿਸੇ ਨੂੰ ਹੀ ਸਮਝ ਆਉਣਾ ਹੈ। ਕਿਉਂ? ਵਾਏ? ਇਹ ਕਿਉਂ ਨਹੀਂ ਸਾਰਿਆਂ ਨੂੰ ਸਮਝ ਆਉਣਾ? ਕੈਨੇਡਾ 'ਚ ਕਾਨੂੰਨ ਬਣਿਆ ਵੀ ਕਿਸੇ ਕਿਸੇ ਨੂੰ ਟ੍ਰੈਫਿਕ ਰੂਲ ਸਮਝਣੇ ਚਾਹੀਦੇ ਆ, ਸਾਰਿਆਂ ਨੂੰ ਨਹੀਂ ਸਮਝ ਆਉਣੇ ਚਾਹੀਦੇ। ਸਾਰਿਆਂ ਨੂੰ ਸਮਝ ਆਉਣੇ ਚਾਹੀਦੇ ਨੇ। ਜਿੰਨੇ ਇੱਥੇ ਰਹਿਣਾ ਹੈ ਉਹਨੂੰ ਕਾਨੂੰਨ ਸਮਝਣਾ ਪਏਗਾ। ਪਰ ਰੱਬ ਦਾ ਕਾਨੂੰਨ ਸਮਝਣ ਵਾਸਤੇ ਵੱਖਰੇ ਬੰਦੇ ਕਿਉਂ ਨੇ? ਸਾਰੇ ਕਿਉਂ ਨਹੀਂ ਸਮਝਣਾ ਚਾਹੁੰਦੇ ਰੱਬ ਦਾ ਕਾਨੂੰਨ? ਐਸੀ ਕਿੰਨੇ ਇਹ ਵਿਆਖਿਆ ਸਾਡੇ ਦਿਮਾਗ 'ਚ ਪਾਈ ਹੈ।
ਸਤਿਗੁਰੂ ਜੀ ਤੇ ਕਿਤੇ ਵੀ ਨਹੀਂ ਮੰਨਦੇ ਇਹ ਗੱਲ, ਬਾਣੀ 'ਚ ਕਿਤੇ ਵੀ ਇਸ ਗੱਲ ਨੂੰ ਅਹਿਮੀਅਤ ਨਹੀਂ ਦਿੰਦੇ ਵੀ ਰੱਬ ਜੀ ਨੇ ਕਿਸੇ ਉਚੇਚੇ ਬੰਦੇ ਦੇ ਅੰਦਰ ਇਹ ਤਾਕਤ ਪਾਈ ਹੈ। ਇਹ ਵੇਦਾਂ ਦਾ ਵਿਚਾਰ ਹੈ, ਇਹ ਬ੍ਰਾਹਮਣ ਵੀਰ ਦਾ ਖਿਆਲ ਹੈ। ਉਹ ਕਹਿੰਦਾ ਸੀ ਵੀ ਰੱਬ ਧਰਤੀ ਤੇ ਉਹ ਬੰਦੇ ਟਾਵੇਂ ਟਾਵੇਂ ਪੈਦਾ ਕਰਦਾ ਆ ਜਿਹਨੂੰ ਰੱਬ ਸਮਝ ਆਏਗਾ, ਤੇ ਉਹ ਸਿਰਫ ਮੈਨੂੰ ਆਉਂਦਾ ਆ। ਪੜਨ ਦਾ ਹੱਕ ਭਾਰਤ ਦੀ ਧਰਤੀ ਤੇ ਸਿਰਫ ਬ੍ਰਾਹਮਣ ਕੋਲ ਸੀ, ਤੇ ਤਾਂ ਹੀ ਵੇਦਾਂ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਲਿਖਦਾ ਸੀ। ਤੇ ਤੁਹਾਡੇ ਧਿਆਨ ਵਿੱਚ ਹੋਏਗਾ, ਜਦੋਂ ਵੀ ਕਿਸੇ ਦੇਸ਼ ਦਾ ਕਾਨੂੰਨ ਬਣਾਇਆ ਜਾਂਦਾ ਤੇ ਉਸ ਕਾਨੂੰਨ ਵਿੱਚ ਬਕਾਇਦਾ ਇੱਕ ਲਿਖਤ ਹੁੰਦੀ ਹੈ, ਇੱਕ ਮੱਦ ਪਾਈ ਜਾਂਦੀ ਹੈ, ਉਹਦਾ ਸੰਵਿਧਾਨਕ ਹੱਕ ਹੁੰਦਾ ਆ ਕਿਸੇ ਵੀ ਦੇਸ਼ ਦਾ ਕਾਨੂੰਨ ਉਹਦੀ ਜਿਹੜੀ ਮਾਤਰ ਲੈਂਗੁਏਜ ਹੈ, ਜਿਹੜੀ ਉਹਦੀ ਮਾਤ ਭਾਸ਼ਾ ਆ, ਉਹਦੇ ਵਿੱਚ ਜ਼ਰੂਰ ਛਪੇਗਾ, ਤਾਂ ਕਿ ਉੱਥੋਂ ਦੇ ਬੰਦਿਆਂ ਨੂੰ ਪਤਾ ਲੱਗੇ ਵੀ ਕਾਨੂੰਨ ਹੈ ਕੀ ਅਸਲ ਵਿੱਚ। ਹੱਕ ਹੈ ਬੰਦੇ ਦਾ ਉਸ ਕਾਨੂੰਨ ਦੀ ਜਾਣਕਾਰੀ ਰੱਖਣਾ। ਤੇ ਇੱਥੇ ਜਿੰਨਾ ਧਰਮ ਵਾਲਿਆਂ ਨੇ ਇਹ ਗੱਲ ਸਿਖਾਉਣੀ ਸੀ, ਧਰਮ ਵਾਲਿਆਂ ਨੇ ਕਿਹਾ ਤੁਹਾਨੂੰ ਹੱਕ ਹੀ ਨਹੀਂ ਰੱਬ ਦੇ ਬਾਰੇ ਜਾਣਕਾਰੀ ਲੈਣ ਦਾ, ਤੁਸੀਂ ਪਰਮਾਤਮਾ ਬਾਰੇ ਜਾਣਕਾਰੀ ਕਿਵੇਂ ਲੈ ਸਕਦੇ ਹੋ? ਪਰਮਾਤਮਾ ਦੀ ਜਾਣਕਾਰੀ ਸਿਰਫ ਸਾਡੇ ਕੋਲ ਹੈ। ਹਾਂ, ਜੇ ਤੁਹਾਨੂੰ ਪਰਮਾਤਮਾ ਚਾਹੀਦਾ ਆ, ਸਾਡੇ ਕੋਲ ਆਇਓ, ਅਸੀਂ ਇਕੱਠਾ ਕਰਕੇ ਰੱਖ ਛੱਡਾਂਗੇ, ਤੁਹਾਨੂੰ ਜਿੰਨੀ ਕੁ ਬਖਸ਼ਿਸ਼ ਦੇਣੀ ਹੋਏਗੀ ਥੋੜੀ ਬਹੁਤੀ ਦੇ ਦਿਆ ਕਰਾਂਗੇ। ਇਹ ਤਾਂ ਗਲਤ ਹੈ ਗੱਲ, ਤਰੀਕਾ ਹੀ ਠੀਕ ਨਹੀਂ ਹੈ। ਇਹ ਅੱਜ ਦੇ ਯੁੱਗ ਵਿੱਚ ਕਿੱਥੇ ਪ੍ਰਚਲਿਤ ਹੁੰਦੀ ਹੈ ਇਹ ਗੱਲ? ਬਾਕੀਆਂ ਦੀ ਕੋਈ ਨਹੀਂ, ਸਾਨੂੰ ਇਹ ਗੱਲ ਸਮਝ ਵਿੱਚ ਆਉਣੀ ਚਾਹੀਦੀ ਵੀ ਐਸਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਪੰਡਤ ਜੀ ਫਿਰ ਰੱਬ ਕਹਿੰਦਾ ਕਿਉਂ ਨਹੀਂ? ਉਹ ਰੱਬ ਕਿਉਂ ਨਹੀਂ ਦੱਸਦਾ? ਉਸ ਪਰਮਾਤਮਾ ਦੀ ਗੱਲ ਲੋਕਾਂ ਨੂੰ ਕਿਉਂ ਨਹੀਂ ਸਮਝਾਉਂਦਾ? ਤਾਂ ਹੀ ਤੇ ਮੱਕੇ ਜਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਸੀ ਇੱਥੇ ਕੌਣ ਰਹਿੰਦਾ? ਕਹਿੰਦੇ ਅੱਲਾ ਰਹਿੰਦਾ ਆ। ਤੇ ਕਬੀਰ ਬਾਬੇ ਦੀ ਬਾਣੀ ਨੇ ਫਿਰ ਸਵਾਲ ਕੀਤਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੱਛਾ ਜੇ ਅੱਲਾ ਇੱਥੇ ਰਹਿੰਦਾ ਹੈ, ਬਾਕੀ ਦੁਨੀਆ 'ਚ ਕੌਣ ਰਹਿੰਦਾ ਹੈ? ਸਾਰੇ ਥਾਵਾਂ ਤੇ ਨਹੀਂ ਅੱਲਾ ਵਸਦਾ। ਤੇ ਜਵਾਬ ਨਹੀਂ ਸੀ ਉਹਨਾਂ ਕੋਲ ਉਸ ਵੇਲੇ ਕੋਈ। ਮੰਦਿਰ ਵਿੱਚ ਕਬੀਰ ਜੀ ਨੂੰ ਨਹੀਂ ਸੀ ਵੜਨ ਦਿੰਦੇ, ਕਹਿੰਦੇ ਰੱਬ ਦਾ ਘਰ ਹੈ। ਤੇ ਕਬੀਰ ਜੀ ਫਿਰ ਸਵਾਲ ਕਰਦੇ ਆ ਵੀ ਕਿਹੜਾ ਰੱਬ ਤੁਹਾਨੂੰ ਇਹ ਅਥਾਰਟੀ ਦੇ ਗਿਆ ਵੀ ਮੈਨੂੰ ਮੰਦਿਰ 'ਚ ਨਹੀਂ ਆਉਣ ਦੇਣਾ? ਤੇ ਜੇ ਕੋਈ ਰੱਬ ਤੁਹਾਨੂੰ, ਜੇ ਰੱਬ ਦਾ ਕੋਈ ਬੰਦਾ ਤੁਹਾਨੂੰ ਇਹ ਅਥਾਰਟੀ ਦੇ ਗਿਆ ਵੀ ਸ਼ੂਦਰ ਬੰਦਾ ਮੰਦਿਰ ਵਿੱਚ ਦਾਖਲ ਨਹੀਂ ਹੋ ਸਕਦਾ, ਐਸੇ ਰੱਬ ਨੂੰ ਮੈਂ ਬਿਲਕੁਲ ਪ੍ਰਵਾਨ ਨਹੀਂ ਕਰਦਾ। ਜੇ ਉਹਨੇ ਮੈਨੂੰ ਮੰਦਿਰ 'ਚ ਹੀ ਨਹੀਂ ਜਾਣ ਦੇਣਾ, ਜਾਂ ਫਿਰ ਇਹ ਬਣਾਈਆਂ ਤੁਹਾਡੇ ਖਿਆਲ ਪੈਦਾ ਕੀਤੇ ਨੇ, ਇਹ ਰੱਬ ਦੇ ਖਿਆਲ ਨਹੀਂ ਹਨ। ਜੇ ਰੱਬ ਦੇ ਖਿਆਲ ਨੇ, ਫਿਰ ਜੇ ਉਹਨੇ ਮੈਨੂੰ ਮੰਦਿਰ 'ਚ ਨਹੀਂ ਜਾਣ ਦੇਣਾ, ਉਹਨੇ ਪੈਦਾ ਕਿਉਂ ਕੀਤਾ ਹੈ? ਫਿਰ ਬਣਾਉਂਦਾ ਹੀ ਨਾ ਉਹ, ਜਦੋਂ ਸਮਰੱਥ ਹੈ, ਸਭ ਕੁਝ ਕਰਨ ਦੇ ਲਾਇਕ ਹੈ, ਉਹਦੇ ਕੋਲ ਤਾਕਤ ਹੈ, ਜੋ ਕਰ ਸਕਦਾ ਹੈ, ਉਹਦੀ ਮਰਜ਼ੀ ਹੈ। ਕਿੱਡਾ ਪਿਆਰਾ ਸ਼ਬਦ ਗੁਰੂ ਸਵਾਰੇ ਆਪ ਜੀ ਦੇ ਸਨਮੁਖ ਪੜ੍ਹ ਰਹੇ ਸਨ। ਜੇ ਤੁਸੀਂ ਧਿਆਨ ਨਾਲ ਸੁਣ ਰਹੇ ਹੋ, ਸੱਚੇ ਪਾਤਸ਼ਾਹ ਜੀ ਕਿੱਡੇ ਪਿਆਰੇ ਸ਼ਬਦ ਭਗਤ ਨਾਮਦੇਵ ਜੀ ਵਰਤਦੇ। ਕਬਹੂ ਖੀਰ ਖਾਂਡ ਘਿਓ ਨਹੀਂ ਭਾਵੇ। ਕਦੀ ਕਦੀ ਤੇ ਬੰਦੇ ਨੂੰ ਖੰਡ ਖੀਰ ਘਿਓ ਵੀ ਚੰਗਾ ਨਹੀਂ ਲੱਗਦਾ ਹੁੰਦਾ ਨਾ ਕਈ ਵਾਰ ਬੰਦਾ, ਕਿਉਂਕਿ ਇਹਦੀ ਕੀਮਤ ਹੀ ਉਹਨੂੰ ਸਮਝ ਲੱਗਦੀ। ਮੈਂ ਸ਼ੁਰੂਆਤੀ ਇੱਕ ਬੇਨਤੀ ਤੁਹਾਨੂੰ ਕੀਤੀ ਸੀ ਵੀ ਜਾਣਕਾਰੀ ਵੀ ਬੰਦੇ ਵਾਸਤੇ ਖਤਰਾ ਬਣ ਜਾਂਦੀ ਹੈ ਕਈ ਵਾਰ, ਸਿਆਣਪ ਵੀ। ਰੀਲ ਸਰਕਲ ਚੱਲਦਾ ਆ, ਤੁਸੀਂ ਨਾ ਆਪਣੇ ਆਲੇ ਦੁਆਲੇ ਵਿੱਚ, ਸਮਾਜ ਵਿੱਚ ਪੂਰਾ ਥੋੜਾ ਜਿਹਾ ਧਿਆਨ ਮਾਰੋਗੇ ਤੇ ਫੈਮਲੀਆਂ ਵਿੱਚ ਨਾ ਰੀਲ ਸਰਕਲ ਹੁੰਦਾ ਆ ਇੱਦਾਂ। ਜਿਹੜੀ ਫੈਮਲੀ ਅੱਜ ਬਹੁਤ ਅਮੀਰ ਹੈ, ਉਹਦਾ ਤੁਸੀਂ 3 ਪੀੜ੍ਹੀਆਂ ਪੁਰਾਣਾ ਇਤਿਹਾਸ ਵੇਖਿਓ, 3 ਪੀੜ੍ਹੀਆਂ ਪਿੱਛੇ ਜਾਇਓ, ਉਹ ਨੋਰਮਲ ਫੈਮਿਲੀ ਹੋਏਗੀ। ਜਿਹੜੀ ਅੱਜ ਬਹੁਤ ਨੋਰਮਲ ਫੈਮਿਲੀ ਹੈ, ਉਹਦੇ 3 ਪੀੜ੍ਹੀਆਂ ਪਿੱਛੇ ਜਾਇਓ, ਉਹ ਰਿਚ ਫੈਮਿਲੀ 'ਚੋਂ ਹੋਣਗੇ। ਜ਼ਿਆਦਾਤਰ ਇਦਾਂ ਵਾਪਰਦਾ ਆ, ਕਿਉਂਕਿ ਜਦੋਂ ਬੰਦੇ ਕੋਲ, ਜਿਹੜੀ ਬਾਣੀ 'ਚ ਗੱਲ ਸਤਿਗੁਰਾਂ ਨੇ ਕਹੀ ਹੈ ਨਾ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ। ਉਹਨਾਂ ਸ਼ਬਦਾਂ ਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਮੈਂ ਐਤਵਾਰ ਵਾਲੇ ਦੀਵਾਨ ਵਿੱਚ ਵੀ ਬਿਨੇ ਕਰਦਾ ਸੀ ਵੀ ਦੁੱਖ ਦਾਰੂ ਕਦੋਂ ਬਣਦਾ ਆ ਤੇ ਸੁੱਖ ਰੋਗ ਕਦੋਂ ਬਣਦਾ ਆ? ਜਦੋਂ ਸੁੱਖ ਆਉਂਦੇ ਆ ਨਾ, ਅਸੀਂ ਆਪੇ ਤੋਂ ਬਾਹਰ ਹੁੰਨੇ ਆ। ਨੋਰਮਲ ਫੈਮਲੀਆਂ ਜਦੋਂ ਸੁੱਖ ਆ ਜਾਂਦਾ, ਉਹ ਕਹਿੰਦੇ ਹੁਣ ਸਾਨੂੰ ਪਰਵਾਹ ਕਰਨ ਦੀ ਲੋੜ ਨਹੀਂ ਕਿਸੇ ਦੀ। ਸੁੱਖ ਵਿੱਚ ਰੱਬ ਭੁੱਲਦਾ ਆ। ਵਿਆਹ ਵਾਲੇ ਅਖੰਡ ਪਾਠ ਵਿੱਚ ਤੇ ਮਰਗ ਵਾਲੇ ਅਖੰਡ ਪਾਠ ਵਿੱਚ ਕੀ ਫਰਕ ਹੁੰਦਾ ਭਲਾ? ਵਿਆਹ ਵੇਲੇ ਕੋਈ ਸੁਣਨ ਵਾਲਾ ਨਹੀਂ ਹੁੰਦਾ, ਤੇ ਮਰਗ ਵੇਲੇ ਕਿਸੇ ਦਾ ਉੱਠਣ ਨੂੰ ਜੀ ਨਹੀਂ ਕਰਦਾ। ਗੁਰਦੁਆਰੇ ਜੀ ਕਦੋਂ ਲੱਗੇਗਾ ਬੰਦੇ ਦਾ? ਜਦੋਂ ਦੁਖੀ ਹੋਏਗਾ, ਫਿਰ ਜ਼ਿਆਦਾ ਫੀਲ ਹੋਏਗਾ, ਉਹਨੂੰ ਮਹਿਸੂਸ ਹੋਏਗਾ ਜ਼ਿਆਦਾ। ਕਈ ਬੱਚੇ ਆ
ਇੰਡੀਆ ਵਿੱਚ ਰਹਿੰਦੇ ਸੀ, ਮਾਂ ਦੀ ਕਦਰ ਨਹੀਂ ਸੀ ਕਰਦੇ, ਪਰ ਹੁਣ ਮਾਂ ਨੂੰ ਚੇਤੇ ਕਰ ਕਰਕੇ ਜ਼ਿਆਦਾ ਰੋਂਦੇ ਆ। ਹੁਣ ਮਾਂ ਬੜੀ ਚੰਗੀ ਲੱਗਦੀ ਹੈ ਕਈ ਵਾਰ, ਇੰਡੀਆ ਨਹੀਂ ਸੀ ਚੰਗੀ ਲੱਗਦੀ। ਕਿਉਂਕਿ ਕਿਸੇ ਵੀ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਸਾਡੇ ਕੋਲ ਨਹੀਂ ਹੁੰਦੀ। ਸਾਡੇ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਆ, ਜੇ ਪਹਿਲਾਂ ਇਸ ਗੱਲ ਦਾ ਪਤਾ ਲੱਗ ਜਾਏ ਤੈਨੂੰ, ਤੇ ਤੂੰ ਕੋਈ ਵੀ ਚੀਜ਼ ਆਪਣੀ ਜ਼ਿੰਦਗੀ ਚੋਂ ਗਵਾਚਣ ਹੀ ਨਹੀਂ ਦੇਵੇਂਗਾ, ਕਦੀ ਖਤਮ ਨਹੀਂ ਹੋਏਗੀ ਤੇਰੀ ਲਾਈਫ ਵਿੱਚੋਂ ਕੋਈ ਚੀਜ਼। ਦੂਜਾ ਪੱਖ ਇਹ ਚੇਤੇ 'ਚ ਰੱਖੋ, ਸਤਿਗੁਰੂ ਜੀ ਕਹਿੰਦੇ ਵੀ ਕਿਤੇ ਕਿਤੇ ਤੈਨੂੰ ਜਿਹੜਾ ਤੇਰੀ ਜ਼ਿੰਦਗੀ ਜਿਉਣ ਦਾ ਤਰੀਕਾ ਆ, ਵੀ ਕਿਤੇ ਕਿਤੇ ਤੇ ਤੈਨੂੰ ਸੁੱਖ ਵੀ ਐਂ ਦੁਖੀ ਜੇ ਕਰਨ ਲੱਗ ਪੈਂਦੇ ਆ। ਇਹਨੂੰ ਨਖਰੇ ਕਰਨਾ ਕਹਿੰਦੇ ਆ, ਨਖਰੇ ਕਰਨਾ। ਜੇ ਪੰਜਾਬੀ ਭਾਸ਼ਾ 'ਚ ਆਪਾਂ ਸਿੱਧੇ ਸ਼ਬਦ ਵਰਤਣੇ ਹੋਣ ਨਾ, ਕਿਤੇ ਬੰਦੇ ਨੂੰ ਨਾ ਨਖਰੇ ਬਹੁਤ ਆਉਂਦੇ ਆ। ਚੰਗੀ ਭਲੀ ਰੋਟੀ ਪਸੰਦ ਨਹੀਂ ਹੁੰਦੀ, ਪਰ ਕਿਤੇ ਕਿਤੇ ਫਿਰ ਜਦੋਂ ਉਹਦੀ ਕਲਾ ਵਾਪਰਦੀ ਆ, ਜਦੋਂ ਸਿਸਟਮ ਵਾਪਰਦਾ ਆ, ਤੇਰੇ ਨਖਰਿਆਂ ਕਰਕੇ ਪਰਿਵਾਰਾਂ 'ਚ ਸਿਲਸਿਲੇ ਵਿਗੜ ਜਾਂਦੇ ਆ, ਤੇਰੇ ਨਖਰਿਆਂ ਕਰਕੇ ਤੇਰੇ ਹੱਥੋਂ ਰੋਟੀ ਜਾਂਦੀ ਰਹਿੰਦੀ ਹੈ, ਫਿਰ ਤਾਂ ਰੁੱਖੀ ਮਿੱਸੀ ਵੀ ਬਹੁਤ ਸਵਾਦ ਲੱਗਣ ਲੱਗ ਜਾਂਦੀ ਹੈ। ਕਬਹੂ ਖੀਰ ਖਾਂਡ ਘਿਓ ਨਹੀਂ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਕੂਰਨ ਚਨੇ ਬਿਨਾਵੈ। ਕਿਤੇ ਕਿਤੇ ਤੇ ਕੂੜੇ ਤੋਂ ਚਣੇ ਚੁੱਕ ਕੇ ਖਾ ਕੇ ਵੀ ਕਹਿੰਦਾ ਸ਼ੁਕਰ ਹੈ ਮਾਲਕ। ਕਿਉਂਕਿ ਸਾਰੀ ਚੀਜ਼ ਨੂੰ ਵੇਖੋ, ਕਦੀ ਉਹਨਾਂ ਨੂੰ ਵੇਖੋ ਜਿਨ੍ਹਾਂ ਨੂੰ ਸਵੇਰ ਤੋਂ ਸ਼ਾਮਾਂ ਤੱਕ ਰੋਟੀ ਨਹੀਂ ਮਿਲਦੀ। ਕਈ ਬੰਦਿਆਂ ਨੂੰ ਘਰਾਂ 'ਚ ਰਹਿਣਾ ਨਹੀਂ ਆਉਂਦਾ, ਤੇ ਕਈ ਤਰਲੇ ਲੈਂਦੇ ਆ ਕਿਤੇ ਘਰ ਹੋਵੇ ਰਹਿਣ ਲਈ। ਜਿਨ੍ਹਾਂ ਕੋਲ ਘਰ ਹੈਗੇ ਉਹਨਾਂ ਨੂੰ ਰਹਿਣਾ ਨਹੀਂ ਆਉਂਦਾ, ਜਿਨ੍ਹਾਂ ਕੋਲ ਨਹੀਂ ਹੈ ਉਹ ਕਹਿੰਦੇ ਆ ਕਿਤੇ ਘਰ ਹੋਵੇ ਤੇ ਦੁਨੀਆ ਦੇ ਲੋਕਾਂ ਨੂੰ ਰਹਿ ਕੇ ਦੱਸੀਏ ਘਰ ਵਿੱਚ ਰਹੀਦਾ ਕਿਵੇਂ। ਤੇ ਹੋ ਸਕਦਾ ਜਿੱਦਣ ਉਹਨਾਂ ਕੋਲ ਘਰ ਆਵੇ ਤੇ ਰਹਿਣ ਦਾ ਸਲੀਕਾ ਉਹਨਾਂ ਨੂੰ ਹੀ ਭੁੱਲ ਜਾਏ। ਹੋ ਸਕਦਾ ਐਸਾ ਵਾਪਰਦਾ ਆ, ਕਿਉਂਕਿ ਬਾਣੀ ਸਮਝਣ ਦਾ ਢੰਗ ਹੈ, ਜਿਹੜਾ ਬਾਣੀ ਨੂੰ ਜਾਣਨ ਦਾ ਢੰਗ ਹੈ ਸਾਡਾ, ਉਹ ਸਿਰਫ ਤੇ ਸਿਰਫ ਇਸ ਬੇਸ ਤੇ ਅਸੀਂ ਬਾਣੀ ਨੂੰ ਸਮਝਦੇ ਹਾਂ ਵੀ ਗੁਰੂ ਸਾਹਿਬ ਜੀ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਕਰ। ਗੁਰੂ ਸਾਹਿਬ ਜੀ ਕਹਿੰਦੇ ਮੈਂ ਮਨੋਕਾਮਨਾ ਪੂਰੀ ਨਹੀਂ ਕਰਨੀ, ਮੈਂ ਤੈਨੂੰ ਸਟਰੋਂਗ ਇੰਨਾ ਬਣਾਉਣਾ, ਤੈਨੂੰ ਤਾਕਤਵਰ ਇੰਨਾ ਬਣਾਉਣਾ ਵੀ ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਤੂੰ ਉਹਨਾਂ ਹਾਲਾਤਾਂ ਨਾਲ ਲੜਨ ਜੋਗਾ ਹੋਏਗਾ। ਐਵੇਂ ਥੋੜੀ ਬਾਣੀ 'ਚ ਸ਼ਬਦ ਲਿਖੇ ਨੇ, ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਮਤ ਤਰਸਾਏ ਜੀਓ। ਬਸ ਜੋ ਤੇਰੇ ਚੋਪੜੀ ਵੇਖ ਕੇ ਰੁੱਖੀ ਦਾ ਸਵਾਦ ਨਾ ਗਵਾਇਆ ਕਰ। ਜਦੋਂ ਦੂਜੇ ਦੀ ਚੋਪੜੀ ਵੇਖਣਾ ਆ ਨਾ, ਤੈਨੂੰ ਆਪਣੀ ਰੁੱਖੀ ਚੰਗੀ ਲੱਗਦੀ ਹੈ ਵੀ ਮੇਰੇ ਕੋਲ ਤਾਂ ਰੁੱਖੀ ਜੀ ਹੈ, ਚੋਪੜੀ ਖਾ ਰਿਹਾ ਆ ਨਾ, ਉਹਦੇ ਵੱਲ ਨਾ ਵੇਖ। ਕਈ ਉਹ ਵੀ ਹੋਣੇ ਆ ਜਿਨ੍ਹਾਂ ਨੂੰ ਇਦਾਂ ਦੀ ਵੀ ਨਹੀਂ ਮਿਲੀ ਹੋਣੀ, ਉਹ ਵੀ ਹੋਣੇ ਆ ਜਿਨ੍ਹਾਂ ਨੂੰ ਨਸੀਬ ਹੀ ਨਹੀਂ ਹੋਈ ਹੋਣੀ। ਇਹਨੂੰ ਕਹਿੰਦੇ ਆ ਰੱਬ ਦੀ ਭਗਤੀ ਕਰਨਾ, ਇਹ ਹੈ ਰੱਬ ਦੀ ਆਰਾਧਨਾ ਕਰਨਾ। ਇਹਨੂੰ ਕਹਿੰਦੇ ਆ ਹਰੀ ਹਰੀ ਕਰਨਾ। ਤੇਰੇ ਕੰਮਾਂ 'ਚ ਦਿਸੂ ਹਰੀ, ਤੇਰੇ ਜੀਵਨ ਜਾਚ 'ਚ ਦਿਸੂ ਹਰੀ ਭਾਈ। ਰਸਨਾ ਕਹਿਣ ਵਾਲਿਆਂ ਦੀ ਕਿਹੜੀ ਗੱਲ ਹੈ, ਬਹੁਤ ਦੁਨੀਆ ਰੱਬ ਰੱਬ ਕਹਿੰਦੀ ਫਿਰਦੀ ਹੈ। ਇੱਥੇ ਤਾਂ ਗਲ ਵਿੱਚ ਟੱਲੀਆਂ ਪਾ ਕੇ ਲੋਕ ਟੱਲੀਆਂ ਖੜਕਾਉਂਦੇ ਫਿਰਦੇ ਆ ਕਿ ਅਸੀਂ ਰੱਬ ਦੇ ਭਗਤ ਹਾਂ, ਦਾਅਵੇ ਕਰਦੇ ਫਿਰਦੇ ਆ ਅਸੀਂ ਰੱਬ ਦੇ ਪਿਆਰੇ ਹਾਂ। ਰੱਬ ਦੇ ਪਿਆਰਿਆਂ ਦਾ ਪਤਾ ਲੱਗਦਾ ਜਿੱਦਣ ਮਹਿਲਾਂ 'ਚ ਵਸਣ ਤਾਂ ਵੀ ਚੜ੍ਹਦੀ ਕਲਾ 'ਚ ਹੋਣ, ਜਿੱਦਣ ਕੁੱਲੀਆਂ 'ਚ ਆ ਜਾਣ ਉਦਣ ਵੀ ਚੜ੍ਹਦੀ ਕਲਾ 'ਚ ਹੋਣ, ਜਿੱਦਣ ਸੁੱਖ ਹੋਵੇ ਉਦਣ ਵੀ ਪਰਿਵਾਰ ਨੂੰ ਇਕੱਠਾ ਕਰਕੇ ਰੱਖਣ, ਜਿੱਦਣ ਦੁੱਖ ਹੋਵੇ ਉਦਣ ਵੀ ਪਰਿਵਾਰ ਨੂੰ ਇਕੱਠਿਆਂ ਕਰਕੇ ਰੱਖਣ। ਤੇਰੀ ਸਿਆਣਪ ਦਾ ਪਤਾ ਫਿਰ ਲੱਗੂ, ਤੇ ਤੂੰ ਜ਼ਿੰਮੇਵਾਰ ਹੈ, ਤੇਰਾ ਪਤਾ ਫਿਰ ਲੱਗਣਾ। ਨਹੀਂ ਤੇ ਸੁੱਖ 'ਚ ਤਾਂ ਸਾਰੇ ਹੀ ਆਗੂ ਬਣ ਜਾਂਦੇ ਹੁੰਦੇ ਆ, ਫਿਰ ਪਤਾ ਉਦੋਂ ਲੱਗਣਾ ਜਦੋਂ ਦੁੱਖ ਵਿੱਚ ਵੀ ਖੜੇਗਾ ਨਾਲ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿਉਂ ਨਹੀਂ ਕਹਿੰਦਾ ਐਸੇ ਰੱਬ ਨੂੰ ਭਾਈ। ਕਬੀਰ ਸਾਹਿਬ ਕਹਿੰਦੇ ਪੰਡਤ ਜੀ ਐਸਾ ਰੱਬ ਕਿਉਂ ਨਹੀਂ ਚੇਤੇ ਆਉਂਦਾ ਤੈਨੂੰ? ਇਹ ਨਹੀਂ ਆਉਂਦਾ। ਰਾਮ ਨਾ ਬੋਲੇ ਪਾਂਡੇ ਦੋਜਕ ਭਰੈ, ਜ਼ਿੰਦਗੀ ਨੂੰ ਦੋਜਕ ਵਿੱਚ ਪਾ ਲਿਆ ਤੂੰ। ਦੋਜਕ ਕਹਿੰਦੇ ਨਰਕ ਨੂੰ, ਦੋਜਕ ਦਾ ਮਤਲਬ ਨਰਕ। ਤੇ ਸਾਡੇ ਬੰਦੇ ਕਹਿੰਦੇ ਆ ਨਰਕ ਜੰਮਣ ਮਰਨ ਤੋਂ ਬਾਅਦ ਆਉਂਦਾ ਆ। ਗੁਰੂ ਸਾਹਿਬ ਕਹਿੰਦੇ ਸਭ ਕੁਝ ਇੱਥੇ ਹੀ ਹੈ, ਨਰਕ ਵੀ ਇੱਥੇ ਹੈ ਤੇ ਸਵਰਗ ਵੀ ਇੱਥੇ ਹੀ ਹੈ। ਜਿਹੜੇ ਬੰਦੇ ਆਪਣੇ ਆਪ ਨੂੰ ਸਮਝ ਲੈਣਗੇ ਇੱਥੇ ਸਵਰਗ ਭੋਗਣਗੇ ਔਰ ਹਰ ਹਾਲਾਤ ਵਿੱਚ ਭੋਗਣਗੇ। ਭਾਈ ਅਸੀਂ ਸੁੱਖਾਂ ਨੂੰ ਸਵਰਗ ਕਹਿੰਦੇ ਆ ਨਾ, ਨਹੀਂ ਭਾਈ। ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਿਓ, ਘਰ ਵਿੱਚ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਨੇ। ਵਿਧਵਾ ਭੈਣ ਘਰ ਵਿੱਚ ਹੈ, ਵਿਧਵਾ ਮਾਂ ਘਰ ਵਿੱਚ ਹੈ। ਕੋਈ ਆ ਗਿਆ ਬੂਹੇ ਤੇ ਸ਼ਰਨਾਰਥੀ, ਤੇ ਉਹਨੇ ਆਣ ਕੇ ਕਿਹਾ ਸਾਡੀ ਧੀ ਮੇਰੀ ਬੇਟੀ ਮੁਸ਼ਕਲ ਵਿੱਚ ਹੈ,
ਭਾਈ ਤਾਰੂ ਸਿੰਘ ਨੇ ਇਹ ਨਹੀਂ ਵੇਖਿਆ ਸਾਡੇ ਘਰ ਦਾ ਕੀ ਬਣੇਗਾ। ਉਹਨੇ ਕਿਹਾ ਕੋਈ ਗੱਲ ਨਹੀਂ, ਜੇ ਬਾਬੇ ਨਾਨਕ ਦੇ ਪੁੱਤਾਂ ਦੇ ਹੁੰਦਿਆਂ ਲੋਕਾਂ ਦੀਆਂ ਧੀਆਂ ਪੁੱਤਾਂ ਨੇ ਦੁਖੀ ਹੋਣਾ ਆ, ਫਿਰ ਸਾਡੇ ਹੋਣ ਖਣੋ ਥੁੜਿਆ ਕੀ ਹੈ। ਤੁਰ ਪਿਆ ਫਿਰ ਉਹ ਬਸ। ਅੱਜ ਕਿਉਂ ਨਹੀਂ ਸੀ ਹੋ ਸਕਦਾ ਐਸਾ? ਸੱਚੇ ਪਾਤਸ਼ਾਹ ਜੀ ਕਹਿੰਦੇ ਦੋਜਕ ਇੱਥੇ ਹੀ ਹੈ ਭਾਈ, ਨਰਕ ਇੱਥੇ ਹੀ ਭੋਗਦੇ ਆ। ਔਰ ਤੁਸੀਂ ਜੇ ਧਿਆਨ ਨਾਲ ਥੋੜੇ ਜਿਹੇ ਵੇਖੋਗੇ ਤੇ ਨਰਕ ਸਵਰਗ ਦਿਸ ਜਾਣੇ ਤੁਹਾਨੂੰ, ਆਲੇ ਦੁਆਲੇ ਹੀ ਦਿਸ ਜਾਣੇ ਆ, ਲਾਗੇ ਬੰਨੇ ਹੀ ਦਿਸ ਜਾਣੇ। ਨਰਕ ਸਵਰਗ ਸਾਰੇ ਹੀ, ਸਵਰਗ ਭੋਗਦੇ ਲੋਕ ਵੀ ਦਿਸ ਜਾਣੇ ਆ ਤੇ ਨਰਕ ਭੋਗਦੇ ਵੀ ਦਿਸ ਜਾਣੇ ਆ। ਤਾਂ ਸਮੇਂ ਸਿਰ ਸੁਚੇਤ ਹੋਈਏ ਜੇ ਇਹਨਾਂ ਗੱਲਾਂ ਨੂੰ ਧਿਆਨ ਨਾਲ ਸਮਝੀਏ ਗੁਰੂ ਦੀ ਗੋਦ ਵਿੱਚ ਬੈਠ ਕੇ, ਫਿਰ ਅਸੀਂ ਸਵਰਗ ਵੀ ਬਣਾ ਸਕਦੇ ਹਾਂ ਤੇ ਅਸੀਂ ਨਰਕ ਵੀ ਪੈਦਾ ਕਰ ਸਕਦੇ ਹਾਂ, ਨਰਕ ਤੋਂ ਬਚ ਵੀ ਸਕਦੇ ਹਾਂ। ਮੈਂ ਸਵੇਰ ਦੇ ਦੀਵਾਨ 'ਚ ਬੇਨਤੀ ਕਰਦਾ ਸੀ, ਸ਼ੇਖ ਸ਼ਾਦੀ ਨੂੰ ਕਿਸੇ ਨੇ ਪੁੱਛਿਆ ਸੀ, ਤੂੰ ਕਿੰਨਾ ਕੋਲੋਂ ਸਿੱਖਦਾ ਆ, ਤੇਰੀ ਜ਼ਿੰਦਗੀ 'ਚ ਕਮੀ ਕਿਉਂ ਨਹੀਂ ਕੋਈ ਵੀ? ਤੇ ਉਹਦਾ ਜਵਾਬ ਸੀ, ਦੁਨੀਆ ਦੇ ਮਹਾਨ ਨਲਾਇਕ ਲੋਕ ਮੇਰੇ ਉਸਤਾਦ ਨੇ, ਮੇਰੇ ਟੀਚਰ ਨੇ, ਦੁਨੀਆ ਦੇ ਮੂਰਖ ਬੰਦਿਆਂ ਤੋਂ ਮੈਂ ਸਿੱਖਦਾ। ਤੇ ਸਵਾਲ ਕਰਨ ਵਾਲਾ ਹੈਰਾਨ ਸੀ, ਕਹਿੰਦਾ ਲੋਕ ਤਾਂ ਸਿਆਣਿਆਂ ਤੋਂ ਸਿੱਖਦੇ ਆ, ਤੂੰ ਮੂਰਖਾਂ ਤੋਂ ਕਿਵੇਂ ਸਿੱਖ ਲੈਂਦਾ ਆ? ਕਹਿੰਦਾ ਬਸ ਜਿਹੜੇ ਮੂਰਖ ਨੂੰ ਜਿਸ ਬਿਮਾਰੀ ਕਰਕੇ ਮੈਂ ਉਲਝਣ 'ਚ ਪਿਆ ਵੇਖਦਾ, ਮੈਂ ਉਦੋਂ ਹੀ ਤਿਆਰੀ ਕਰ ਲੈਂਦਾ ਵੀ ਸ਼ੇਖ ਸ਼ਾਦੀ ਤੂੰ ਨਹੀਂ ਪੈਣਾ ਇਸ ਬਿਮਾਰੀ 'ਚ, ਇਹਦੇ ਤੋਂ ਬਚਣਾ ਕਿਵੇਂ ਹੈ, ਬਸ ਉਹਦੀ ਤਿਆਰੀ ਆਰੰਭ ਦਿੰਦਾ ਉਦੋਂ ਹੀ। ਹਰ ਚੀਜ਼ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਅਸੀਂ ਬਾਬੇ ਦੀ ਬਾਣੀ ਨੂੰ ਪੜ੍ਹ ਕੇ, ਬਾਬੇ ਦੀ ਬਾਣੀ ਨੂੰ ਸਮਝ ਕੇ ਇਸ ਤਰ੍ਹਾਂ ਦੀ ਜ਼ਿੰਦਗੀ ਜੀਵੀਏ। ਅੱਜ ਬੰਦੇ ਡੀਂਗਾ ਮਾਰਦੇ ਆ, ਅੱਜ ਬੰਦੇ ਗੱਲਾਂ ਕਰਦੇ ਆ ਅਸੀਂ ਬਹੁਤ ਤਰੱਕੀ ਕਰ ਲਈ ਹੈ। ਨਹੀਂ ਭਾਈ, ਅਸੀਂ ਤਰੱਕੀ ਨਹੀਂ ਕਰ ਲਈ। ਅਸੀਂ ਖੁੱਲ੍ਹਿਆਂ ਜੇ ਘਰਾਂ ਵਿੱਚ ਰਹਿੰਦੇ ਸੀ, ਖੁੱਲ੍ਹੇ ਜੇ ਬੂਹੇ ਹੁੰਦੇ ਸੀ ਉਹਨਾਂ ਦੇ, ਬਹੁਤ ਖੁੱਲ੍ਹੇ ਡੁੱਲੇ ਜੇ ਰਹਿੰਦੇ ਸੀ। ਕਈ ਬੰਦੇ ਚਾਹ ਪਾਣੀ ਪੀ ਜਾਂਦੇ ਸੀ, ਅਸੀਂ ਕਦੀ ਹਿਸਾਬ ਹੀ ਨਹੀਂ ਸੀ ਲਾਇਆ। ਹੁਣ ਤੇ ਆਪਣੇ ਘਰਦਿਆਂ ਦੇ ਵੀ ਚਾਹ ਦੇ ਕੱਪ ਗਿਣਦਾ ਆ ਤੂੰ। ਉਹ ਕੀ ਕਰੀਏ ਤੇਰੀ ਅਮੀਰੀ ਨੂੰ ਯਾਰ। ਘਰਦਿਆਂ ਦੀ ਚਾਹ ਬਣਾ ਕੇ ਗਿਣ ਲੈਣਾ ਵੀ ਅੱਗੇ ਤਾਂ ਪੀਤੀ ਹੈ, ਹੁਣ ਫਿਰ ਮੰਗ ਲਈ ਚਾਹ ਹੀ ਮੰਗ ਲਈ, ਜਾਨ ਥੋੜੀ ਮੰਗ ਲਈ ਹੈ। ਕੀ ਮੰਗ ਲਿਆ ਹੈ ਕਿਤੇ? ਇਹ ਅਮੀਰੀ ਹੈ ਤੇਰੀ? ਕਰਦੇ ਗਰੀਬ ਮਾਲਕਾ ਸਾਨੂੰ ਉਹੋ ਜਿਹੇ ਇਹਨੂੰ ਅਮੀਰੀ ਕਹਿੰਦੇ ਆ। ਤੇ ਐਸੀਆਂ ਸਹੂਲਤਾਂ 'ਚ ਕੀ ਰੱਖਿਆ ਆ? ਨਹੀਂ ਚਾਹੀਦੀਆਂ ਐਸੀਆਂ ਸਹੂਲਤਾਂ ਸਾਨੂੰ। ਆਉਣ ਜਾਣ ਲਈ ਸਾਧਨ ਕੋਈ ਨਹੀਂ ਸੀ ਸਾਡੇ ਕੋਲ, ਅਸੀਂ ਉਹ ਵੇਲੇ ਹੰਡਾਏ ਆ। ਆਉਣ ਜਾਣ ਦਾ ਸਾਧਨ ਕੋਈ ਨਹੀਂ ਸੀ, ਪਰ ਕੋਈ ਰਿਸ਼ਤਾ ਟੁੱਟਣ ਨਹੀਂ ਸੀ ਦਿੰਦੇ। ਅੱਜ ਸਾਧਨ ਬਹੁਤ ਨੇ ਤੇਰੇ ਕੋਲ, ਤੈਨੂੰ ਰਿਸ਼ਤੇ ਨਿਭਾਉਣੇ ਨਹੀਂ ਆਉਂਦੇ। ਕੀ ਕਰਨਾ ਤੇਰੇ ਸਾਧਨਾਂ ਨੂੰ? ਤੈਨੂੰ ਰਿਸ਼ਤੇ ਨਿਭਾਉਣੇ ਆਉਣੇ ਚਾਹੀਦੇ ਆ। ਸਾਧਨ ਮਾੜੇ ਵੀ ਹੋਣ ਚੱਲੂ, ਰਿਸ਼ਤਾ ਨਿਭਾ ਕੇ ਵਿਖਾ ਬਸ। ਜੇ ਭਰਾ ਆ ਤੇ ਭਰਾ ਬਣ ਕੇ ਵਿਖਾ। ਰੱਖੜੀ ਵਾਲੇ ਦਿਨ ਭੈਣ ਨੂੰ ਭਰਾ ਦਾ ਚੇਤਾ ਨਾ ਆਵੇ, ਉਹ ਤਾਂ ਵਪਾਰ ਹੈ ਸਾਰਾ, ਸਾਰੇ ਦਾ ਸਾਰਾ ਬਿਜ਼ਨਸ ਹੈ, ਬੰਦਿਆਂ ਨੇ ਕ੍ਰੀਏਟ ਕੀਤਾ ਹੈ ਸਾਰਾ। ਕੋਈ ਪਿਆਰ ਨਹੀਂ, ਧਾਗੇ ਨਾਲ ਪਿਆਰ ਵੱਧਦੇ ਨੇ ਕਿਤੇ। ਭਾਈ ਤਾਰੂ ਸਿੰਘ ਨੇ ਕਿਹਦੇ ਤੋਂ ਧਾਗਾ ਬਣਾਇਆ ਸੀ? ਹਰ ਧੀ ਉਹਨੂੰ ਆਪਣੀ ਭੈਣ ਕਿਉਂ ਲੱਗਦੀ ਸੀ? ਕਿਹੜਾ ਧਾਗਾ ਬਣਾਇਆ ਸੀ ਭਾਈ ਤਾਰੂ ਸਿੰਘ ਨੇ? ਤੇ ਜਿਹੜੇ ਧਾਗੇ ਬਣਾਉਂਦੇ ਸਨ ਹਰ ਸਾਲ, ਜਿਹੜੇ ਗੁੱਟ ਅੱਗੇ ਕਰ ਦਿੰਦੇ ਉਹਨਾਂ ਆਪਣੇ ਧੀਆਂ ਦੇ ਡੋਲੇ, ਆਪਣੀਆਂ ਭੈਣਾਂ ਦੇ ਡੋਲੇ ਆਪ ਅੱਗੇ ਲਾ ਕੇ ਤੋਰਤੇ ਸੀ, ਲੈ ਜਾਓ ਜੇ ਇਹਨਾਂ ਕਰਕੇ ਸਾਡੀ ਜਾਨ ਬਚਦੀ ਹੈ ਤਾਂ। ਐ ਨਹੀਂ ਰਿਸ਼ਤੇ ਨਿਭਦੇ। ਸਾਡਾ ਬਾਪੂ ਸਿਖਾਉਂਦਾ ਰਿਸ਼ਤੇ ਨਿਭਾਉਣੇ, ਤੇ ਫਿਰ ਇਹ ਐਸਾ ਰਿਸ਼ਤਾ ਨਿਭਾਉਣਾ ਸਿਖਾਉਂਦਾ ਜਿਹਦੇ 'ਚ ਸਵਾਰਥ ਕੋਈ ਨਹੀਂ ਹੁੰਦਾ, ਸਵਾਰਥ ਨਹੀਂ ਹੁੰਦਾ ਕੋਈ ਵੀ। ਸੋ ਇਹ ਰੱਬ ਕਹਿਣਾ ਜਿੱਦਣ ਆਏਗਾ ਸਾਨੂੰ, ਅਸੀਂ ਉਦਣ ਮਾਲਕ ਦੇ ਦਰ ਤੇ ਪ੍ਰਵਾਨ ਹੋਵਾਂਗੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ, ਜਿਹ ਮੁਖ ਵੇਦ ਗਾਇਤਰੀ ਨਿਕਸੈ। ਗਾਇਤਰੀ ਨੂੰ ਤਾਂ ਤੂੰ ਮੰਨਦਾ ਆ, ਵੇਦਾਂ ਨੂੰ ਤੇ ਤੂੰ ਮੰਨਦਾ ਆ, ਪਰ ਜਿੱਥੋਂ ਆਈਆਂ ਆ ਉਹਨੂੰ ਕਿਉਂ ਨਹੀਂ ਮੰਨਦਾ? ਇਹਦੀ ਜੜ ਨੂੰ ਕਿਉਂ ਨਹੀਂ ਮੰਨਦਾ ਤੂੰ? ਉਹ ਕਹਿੰਦਾ ਗਾਇਤਰੀ 'ਚ ਐਂ ਲਿਖਿਆ ਹੈ। ਕਿਹਨੇ ਤਿਆਰ ਕੀਤੀ ਹੈ? ਕਹਿੰਦਾ ਬ੍ਰਹਮੇ ਦੀ ਪਤਨੀ ਸੀ ਗਾਇਤਰੀ। ਕਹਿੰਦਾ ਉਹ ਕਿੱਥੋਂ ਆਇਆ ਸੀ? ਕਹਿੰਦਾ ਪਰਮਾਤਮਾ ਦੀ ਅੰਸ਼ ਸੀ। ਫਿਰ ਇਹਨਾਂ ਨਾਲ ਕਿਉਂ ਉਲਝਦਾ ਆ? ਸਿੱਧਾ ਲਿੰਕ ਪਰਮਾਤਮਾ ਨਾਲ ਕਿਉਂ ਨਹੀਂ ਜੋੜਦਾ? ਵਿੱਚ ਵਿਚਾਲੇ ਕਿਉਂ ਉਲਝਦਾ ਆ? ਅਸੀਂ ਸਾਰਿਆਂ ਨੇ ਵਿਚੋਲੇ ਕ੍ਰੀਏਟ ਕਰ ਲਏ ਨੇ, ਸਿੱਧਾ ਲਿੰਕ ਜੋੜਿਆ ਸੀ ਸਾਡਾ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਨਾਲ। ਕੋਈ ਵਿੱਚ ਵਿਚੋਲਾ ਨਹੀਂ। ਸ਼ਬਦ ਵਰਤੇ ਸੀ, ਵੱਢੀਏ ਹੱਥ ਦਲਾਲ ਕੈ। ਸੁੱਤਿਆਂ ਆਸਾ ਦੀ ਵਾਰ ਲੰਘਦੀ ਹੈ ਤੇਰੇ, ਜਿਹਦੇ 'ਚ ਲਿਖਿਆ ਸੀ ਦਲਾਲੀ ਕਰਨ ਵਾਲੇ ਦੇ ਹੱਥ ਵੱਢਦੀ, ਜਿਹੜਾ ਤੈਨੂੰ ਇਹ ਕਹਿੰਦਾ ਮੈਂ ਮਿਲਾਉਂ ਤੈਨੂੰ ਰੱਬ ਨਾਲ। ਰੱਬ ਨਾਲ ਨਹੀਂ ਮਿਲਾਏਗਾ, ਉਲਝਣ 'ਚ ਪਾਏਗਾ ਤੈਨੂੰ, ਚੇਤੇ ਰੱਖੀ।
ਤੇ ਦਲਾਲਾਂ ਦੇ ਮਾਰੇ ਆ ਅਸੀਂ। ਜੇ ਦਲਾਲ ਚੰਗੇ ਹੁੰਦੇ ਨਾ, ਸਾਡੇ ਦਲਾਲੀ ਠੀਕ ਕਰਦੇ, ਸ਼ਾਇਦ ਸਾਡਾ ਲਿੰਕ ਪਰਮਾਤਮਾ ਨਾਲ ਹੋ ਜਾਂਦਾ। ਪਰ ਦਲਾਲ ਭੈੜੇ ਨਿਕਲੇ। ਦਲਾਲ ਕਹਿੰਦੇ ਹੀ ਉਹਨੂੰ ਨੇ ਜਿਹੜਾ ਤੁਹਾਨੂੰ ਕੁਝ ਹੋਰ ਕਵੇ ਤੇ ਦੂਜੇ ਨੂੰ ਕੁਝ ਹੋਰ ਕਵੇ, ਵਿਚਲੀ ਗੱਲ ਉਹ ਕਦੀ ਨਹੀਂ ਦੱਸਦਾ ਹੁੰਦਾ। ਦਲਾਲੀ ਸ਼ੁਰੂ ਹੀ ਇੱਥੋਂ ਹੁੰਦੀ ਹੈ। ਸਤਿਗੁਰੂ ਜੀ ਰਹਿਮਤ ਕਰਨ ਕਿਤੇ ਅਸੀਂ ਸਮਝ ਸਕੀਏ ਗੱਲਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿਉਂ ਨਹੀਂ ਭਾਈ ਉਸ ਪ੍ਰਮਾਤਮਾ ਨੂੰ ਚੇਤੇ ਕਰਦਾ, ਉਹਨੂੰ ਕਿਉਂ ਨਹੀਂ ਸੁਰਤ ਵਿੱਚ ਰੱਖਦਾ। ਜਾਂ ਕੇ ਪਾਏ ਜਗਤ ਸਭ ਲਾਗੇ, ਸੋ ਕਿਉਂ ਪੰਡਤ ਹਰ ਨਾ ਕਹੇ। ਉਹ ਪੰਡਤ ਨੂੰ ਕਿਉਂ ਨਹੀਂ ਚੇਤੇ ਕਰਦਾ ਜਿਹੜਾ ਸਾਰਾ ਜਗਤ ਨੂੰ ਪੈਦਾ ਕਰਨ ਵਾਲਾ ਹੈ। ਤੂੰ ਵੀ ਜਿਹਦਾ ਪੈਦਾ ਕੀਤਾ ਆ, ਤੂੰ ਵੱਖਰੇ ਭੇਦ ਪਾ ਕੇ ਬਹਿ ਗਿਆ ਇਸ ਧਰਤੀ ਤੇ ਆਣ ਕੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅੱਗੇ ਸ਼ਬਦ ਵਰਤਦੇ, ਆਪਨ ਊਚ ਨੀਚ ਘਰ ਭੋਜਨ ਹਠੇ ਕਰਮ ਕਰ ਉਧਰ ਭਰੇ। ਇਹ ਦਿਨ ਚੰਗਾ, ਇਹ ਦਿਨ ਮਾੜਾ, ਇਹ ਬੰਦੇ ਨੇ ਬਣਾਏ ਨੇ। ਸਾਡੇ ਬੰਦੇ ਵੀ ਕਹੀ ਜਾਂਦੇ ਬੁੱਧ ਕੰਮ ਸ਼ੁੱਧ ਹੁੰਦਾ ਆ, ਸ਼ਨੀਵਾਰ ਮਾੜਾ ਹੁੰਦਾ ਆ, ਵੀਰਵਾਰ ਸਿਰ ਨਹੀਂ। ਇਹਨਾਂ ਮੁਲਕਾਂ 'ਚ ਆ ਕੇ ਵੀ ਨਹੀਂ ਟਲੇ ਬੰਦੇ ਸਾਡੇ। ਵੀਰਵਾਰ ਸਿਰ ਨਹੀਂ ਨਹਾਉਣਾ ਚਾਹੀਦਾ, ਤੇ ਫਿਰ ਕਹਿਣਗੇ ਜਿਨ੍ਹਾਂ ਦਾ ਕੱਲਾ ਵੀਰ ਹੋਵੇ ਉਹਨਾਂ ਨੂੰ ਨਹੀਂ ਨਹਾਉਣਾ ਚਾਹੀਦਾ। ਜੇ ਦੋ ਵੀਰ ਹੋਣ ਪਿਆਰੇ ਨਹੀਂ ਹੁੰਦੇ ਭੈਣਾਂ ਨੂੰ? ਵੀਰ ਤਾਂ ਵੀਰ ਹੀ ਹੁੰਦੇ ਆ, ਦੋ ਹੋਣ ਭਾਵੇਂ ਇੱਕ ਹੋਣ, ਇਹਦੇ ਨਾਲ ਕੀ ਫਰਕ ਪੈਂਦਾ ਆ? ਸਭ ਸਾਡੇ ਬਣਾਏ ਨੇ। ਤਾਂ ਹੀ ਤੇ ਬਾਣੀ ਨਹੀਂ ਪੜ੍ਹਨ ਦਿੱਤੀ ਸਾਨੂੰ, ਤਾਂ ਹੀ ਤੇ ਬਾਣੀ ਵਾਲੇ ਬੰਨੇ ਤੁਰਨ ਨਹੀਂ ਦਿੱਤਾ। ਜਦੋਂ ਬਾਣੀ ਸਮਝੀ ਅਕਲ ਉਦੋਂ ਆਈ ਵੀ ਗੁਰੂ ਸਾਹਿਬ ਤਾਂ ਕਹਿੰਦੇ ਹੀ ਕੁਝ ਹੋਰ ਨੇ, ਸਾਡੇ ਬੰਦੇ ਸਾਨੂੰ ਹੋਰ ਸਮਝਾਏ। 14 ਅਮਾਵਸ ਰਚ ਰਚ ਮੰਗੈ, ਕਰ ਦੀਪਕ ਲੈ ਕੂਪ ਪਰੇ। 14 ਮੱਸਿਆ ਤੇ ਤੂੰ ਮੰਗਣ ਲਈ ਬਣਾਈਆਂ ਆ, ਮੰਗਣ ਲਈ ਬਣਾਈਆਂ, ਆਪਣਾ ਢਿੱਡ ਭਰਨ ਲਈ। ਇਹਨਾਂ ਨਾਲ ਰੱਬ ਦਾ ਕੋਈ ਸੰਬੰਧ ਨਹੀਂ, ਧਰਮ ਦਾ ਕੋਈ ਸੰਬੰਧ ਨਹੀਂ। ਤੂੰ ਬ੍ਰਾਹਮਣ ਮੈਂ ਕਾਸ਼ੀ ਕੁ ਜੁਲਹਾ। ਫਰਕ ਇਹ ਪੈ ਗਿਆ ਤੂੰ ਬਾਹਮਣ ਬਣ ਕੇ ਬਹਿ ਗਿਆ, ਮੈਨੂੰ ਕਾਸ਼ੀ ਦਾ ਜੁਲਹਾ ਐਲਾਨਤਾ ਤੂੰ। ਜਦੋਂ ਮੈਂ ਰੱਬ ਦਾ ਨਾਂ ਲਿਆ ਤੂੰ ਕਹੇ ਇਹ ਰੱਬ ਕਿਵੇਂ ਕਹਿ ਸਕਦਾ, ਇਹ ਤਾਂ ਇਹਦੀ ਤਾਂ ਜਾਤ ਹੀ ਬੜੀ ਨੀਵੀਂ ਹੈ। ਪਰ ਬਾਬਾ ਕਬੀਰ ਜੀ ਕਹਿੰਦੇ ਕੋਈ ਗੱਲ ਨਹੀਂ ਪੰਡਤ